FYA ਮੀਡੀਆ ਗਰੁੱਪ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਨੂੰ ਉਹ ਸਫ਼ਰ ਦਿਖਾਵਾਂਗਾ ਜਿਸ ਨੇ ਇੱਕ ਝਟਕੇ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਮੈਂ ਗੱਲ ਕਰ ਰਿਹਾ ਪਾਕਿਸਤਾਨ ਦੇ ਵਿੱਚ ਵਾਪਰੇ ਉਸ ਜਹਾਜ਼ ਹਾਦਸੇ ਦੀ ਜਿਸ ਨੇ ਕਈ ਮਾਸੂਮ ਜ਼ਿੰਦਗੀਆਂ ਨਿਗਲੀਆਂ। ਇੱਕ ਅਜਿਹਾ ਦਰਦਨਾਕ ਮੰਜ਼ਰ ਜਿਸ ਨੇ ਚੰਦ ਕੁਝ ਮਿੰਟਾਂ 'ਚ ਪਾਕਿਸਤਾਨ ਦੇ ਕਈ ਘਰਾਂ 'ਚ ਮਾਤਮ ਦਾ ਮਾਹੌਲ ਬਣਾ ਦਿੱਤਾ ਤੇ ਇਸ ਹਾਦਸੇ ਨੇ ਲੋਕਾਂ ਦੇ ਹਿਰਦੇ ਤੱਕ ਵਲੂੰਧਰ ਕੇ ਰੱਖ ਦਿੱਤੇ। ਪਾਕਿਸਤਾਨ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਜਹਾਜ਼ ਹਾਦਸੇ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਨੂੰ ਨਹੀਂ ਪਤਾ ਸੀ ਕਿ ਉਹ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਰ ਕਰ ਰਹੇ ਨੇ। ਆਓ ਤੁਹਾਨੂੰ ਪਹਿਲਾਂ ਉਹ ਜਹਾਜ਼ ਦਿਖਾਉਂਦੇ ਹਾਂ ਜੋ ਯਮਰਾਜ ਬਣ ਕੇ ਆਇਆ। ਸ਼ੁੱਕਰਵਾਰ ਨੂੰ ਪਾਕਿਸਤਾਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ। ਲਾਹੌਰ ਤੋਂ ਕਰਾਚੀ ਜਾ ਰਿਹਾ PIA ਦਾ ਇੱਕ ਜਹਾਜ਼ ਕਰਾਚੀ ਹਵਾਈ ਅੱਡੇ ਦੇ ਕੋਲ ਦੁਰਘਟਨਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ AFP ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਇਸ ਜਹਾਜ਼ ਦੁਰਘਟਨਾ ਵਿੱਚ 97 ਲੋਕਾਂ ਦੀ ਮੌਤ ਹੋਈ। 2 ਲੋਕ ਇਸ ਹਾਦਸੇ ਵਿੱਚ ਬਚ ਗਏ। ਹਾਦਸੇ ਦੇ ਵਕਤ ਜਹਾਜ਼ ਵਿੱਚ 99 ਲੋਕ, 91 ਮੁਸਾਫਿਰ ਅਤੇ 8 ਕਰੂ ਮੈਂਬਰ ਸਵਾਰ ਸਨ। ਖਬਰਾਂ ਦੇ ਮੁਤਾਬਕ ਲਾਹੌਰ ਤੋਂ ਉਡਾਨ ਭਰਨ ਵਾਲਾ PIA ਦਾ ਏਅਰਬਸ A320 ਕਰਾਚੀ ਦੇ ਜਿੰਨਾ ਕੌਮਾਂਤਰੀ ਹਵਾਈ ਅੱਡੇ ਤੇ ਉਤਰਨ ਤੋਂ 1 ਮਿੰਟ ਪਹਿਲਾਂ ਮਲੀਰ ਕੈਂਟ ਵਿੱਚ ਗੇਟ ਨੰਬਰ 2 ਦੇ ਕੋਲ ਮਾਡਲ ਕਾਲੋਨੀ ਦੇ ਨਜ਼ਦੀਕ ਦੁਰਘਟਨਾਗ੍ਰਸਤ ਹੋ ਗਿਆ। ਇਲਾਕੇ ਵਿੱਚ ਕਈ ਘਰ ਨੁਕਸਾਨੇ ਗਏ ਅਤੇ ਹੋਰ ਵੀ ਖਾਸੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਗਿਆ। 50 ਦਿਨ ਤੋਂ ਖੜੇ ਜਹਾਜ਼ ਨੂੰ ਉਡਾਨ ਦੇ ਲਈ ਫਿਟਨੈਸ ਟੈਸਟ ਕੀਤੇ ਬਿਨਾਂ ਸਿੱਧੇ ਉਡਾਨ ਭਰਨਾ ਮਹਿੰਗਾ ਪਿਆ। ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਜਹਾਜ਼ ਦੇ ਡਿੱਗਣ ਨਾਲ ਕਈ ਮਕਾਨ ਧਾਰਾਸ਼ਾਹੀ ਹੋ ਗਏ ਅਤੇ ਰਿਹਾਇਸ਼ੀ ਇਲਾਕੇ ਵਿੱਚ ਵੀ ਕਈ ਲੋਕਾਂ ਦੇ ਨੁਕਸਾਨੇ ਜਾਣ ਦੀ ਖਬਰ ਹੈ। ਹਾਦਸੇ ਦੇ ਬਾਅਦ ਕਰਾਚੀ ਦੇ ਸਾਰੇ ਵੱਡੇ ਹਸਪਤਾਲਾਂ ਵਿੱਚ ਉੱਥੋਂ ਦੇ ਸਿਹਤ ਮੰਤਰਾਲੇ ਵੱਲੋਂ ਐਮਰਜੈਂਸੀ ਐਲਾਨ ਦਿੱਤੀ ਗਈ ਅਤੇ ਘਟਨਾ ਸਥਲ ਤੇ ਸੁਰੱਖਿਆ ਬਲ, ਐਂਬੂਲੈਂਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਹੋਰ ਸਾਰੀਆਂ ਐਮਰਜੈਂਸੀ ਸੇਵਾਵਾਂ ਮੌਜੂਦ ਰਹੀਆਂ। PIA ਦੇ ਇਸ ਜਹਾਜ਼ PK 8303 ਦੇ ਪਾਇਲਟ ਦਾ ਨਾਮ ਸੱਜਾਦ ਗੁਲ ਸੀ। ਇਸ ਵਿੱਚੋਂ 1 ਕੋ ਪਾਇਲਟ ਅਤੇ 3 ਏਅਰ ਹੋਸਟਸ ਵੀ ਸਨ। PIA ਦੇ ਅਧਿਕਾਰੀਆਂ ਦੇ ਮੁਤਾਬਕ ਕੈਪਟਨ ਨੇ ਹਵਾਈ ਆਵਾਜਾਈ ਟਾਵਰ ਨੂੰ ਸੂਚਿਤ ਕੀਤਾ ਕਿ ਉਸ ਨੂੰ ਵਿਮਾਨ ਦੇ ਲੈਂਡਿੰਗ ਗੀਅਰ ਵਿੱਚ ਕੁਝ ਗੜਬੜੀ ਲੱਗ ਰਹੀ ਹੈ। 8303 approach. जी सर, appears to be turning left. We'll proceeding back, sir. We have lost engines. Confirm you are carrying out belly landing. Runway available to land at 25. Roger. Clear. Mayday, mayday, mayday. Pakistan 8303. Pakistan 8303. Roger, sir. Both runways available to land. ਅਤੇ ਇਸ ਦੇ ਬਾਅਦ ਜਹਾਜ਼ ਰਡਾਰ ਤੋਂ ਗਾਇਬ ਹੋ ਗਿਆ। PIA ਦੇ ਮੁੱਖ ਕਾਰਜਕਾਰੀ ਏਅਰ ਵਾਈਸ ਮਾਰਸ਼ਲ ਅਰਸ਼ਦ ਮਲਿਕ ਨੇ ਕਿਹਾ ਕਿ ਪਾਇਲਟ ਨੇ ਦੱਸਿਆ ਸੀ ਕਿ ਕੁਝ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਲਿਕ ਨੇ ਉਹਨਾਂ ਖਬਰਾਂ ਨੂੰ ਖਾਰਿਜ ਕੀਤਾ ਕਿ ਜਹਾਜ਼ ਵਿੱਚ ਉਡਾਨ ਤੋਂ ਪਹਿਲਾਂ ਹੀ ਗੜਬੜੀ ਸੀ। ਉਹਨਾਂ ਨੇ ਕਿਹਾ ਕਿ ਦੁਰਘਟਨਾ ਦੇ ਅਸਲੀ ਕਾਰਨ ਦਾ ਪਤਾ ਜਾਂਚ ਦੇ ਬਾਅਦ ਲੱਗੇਗਾ ਤਾਂ ਆਜ਼ਾਦ ਅਤੇ ਨਿਰਪੱਖ ਉਹ ਜਾਂਚ ਹੋਏਗੀ ਅਤੇ ਮੀਡੀਆ ਨੂੰ ਉਪਲਬਧ ਉਹ ਕਰਾਈ ਜਾਏਗੀ। ਉਹਨਾਂ ਨੇ ਕਿਹਾ ਕਿ ਕੁਝ ਘਰਾਂ ਨੂੰ ਨੁਕਸਾਨ ਹੋਇਆ ਪਰ ਕੋਈ ਵੀ ਢਿਆ ਨਹੀਂ ਹੈ। ਅਜੇ ਤੱਕ ਜ਼ਮੀਨ ਤੇ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਮਲਿਕ ਨੇ ਕਿਹਾ ਕਿ ਸਮੁੱਚੇ ਮੁਹਿੰਮ ਵਿੱਚ 2-3 ਦਿਨ ਲੱਗਣਗੇ। ਪਾਕਿਸਤਾਨ ਦੇ ਦੁਨੀਆ ਨਿਊਜ਼ ਨੇ ਕਿਹਾ ਕਿ ਉਸਨੇ ਪਾਇਲਟ ਅਤੇ ATC ਨਾਲ ਗੱਲਬਾਤ ਦੀ ਰਿਕਾਰਡਿੰਗ ਹਾਸਲ ਕੀਤੀ ਹੈ। ਇਸ ਵਿੱਚ ਪਾਇਲਟ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ 2 ਇੰਜਨ ਖੋ ਦਿੱਤੇ ਨੇ। ਕੁਝ ਸੈਕਿੰਡ ਬਾਅਦ ਉਸਨੇ ਕਿਹਾ ਮੇਡੇ 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 ਤੇ ਇਸ ਦੇ ਬਾਅਦ ਸੰਪਰਕ ਨਹੀਂ ਹੋਇਆ। 8303 approach. जी sir. Appears to be turning left. We'll proceeding back, sir. We have lost engines. Confirm you are carrying out belly landing. Runway available to land at 25. Roger.
Clear, Mayday, Pakistan 8303. Pakistan 8303, Roger sir, both runways available to land. ਇਸ ਪੂਰੀ ਘਟਨਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਵੇਦਨਾ ਵਿਅਕਤ ਕੀਤੀ ਹੈ। ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਇਮਰਾਨ ਨੇ ਟਵੀਟ ਵਿੱਚ ਕਿਹਾ ਕਿ ਮੈਂ PIA ਦੇ CEO ਅਰਸ਼ਦ ਮਲਿਕ ਦੇ ਸੰਪਰਕ ਵਿੱਚ ਹਾਂ। ਉਹ ਕਰਾਚੀ ਦੇ ਲਈ ਰਵਾਨਾ ਹੋ ਚੁੱਕੇ ਨੇ ਅਤੇ ਬਚਾਅ ਅਤੇ ਰਾਹਤ ਟੀਮਾਂ ਦੇ ਨਾਲ ਘਟਨਾ ਸਥਲ ਤੇ ਨੇ ਤੇ ਇਹੀ ਇਸ ਵਕਤ ਦੀ ਪ੍ਰਾਇੋਰਟੀ ਹੈ। ਤਤਕਾਲ ਜਾਂਚ ਸ਼ੁਰੂ ਹੈ। ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਾਕਿਸਤਾਨ ਵਿੱਚ ਹੋਏ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਅਤੇ ਆਪਣੀ ਸੰਵੇਦਨਾ ਜਤਾਈ। PM ਮੋਦੀ ਨੇ ਕਿਹਾ, ਪਾਕਿਸਤਾਨ ਵਿੱਚ ਇੱਕ ਜਹਾਜ਼ ਦੁਰਘਟਨਾ ਦੀ ਵਜ੍ਹਾ ਨਾਲ ਹੋਏ ਜਾਨ ਮਾਲ ਦੇ ਨੁਕਸਾਨ ਨਾਲ ਗਹਿਰਾ ਦੁੱਖ ਹੋਇਆ। ਮ੍ਰਿਤਕਾਂ ਦੇ ਪਰਿਵਾਰ ਦੇ ਪ੍ਰਤੀ ਸਾਡੀ ਸੰਵੇਦਨਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਹੈ। ਬਿਊਰੋ ਰਿਪੋਰਟ। ਇਸ ਹਾਦਸੇ 'ਚ ਕਿਸੇ ਨੇ ਆਪਣੇ ਮਾਂ-ਪਿਓ ਗਵਾ ਦਿੱਤੇ ਤੇ ਕਿਸੇ ਨੇ ਆਪਣੇ ਬੱਚਿਆਂ ਨੂੰ ਗਵਾ ਦਿੱਤਾ। ਹਾਦਸਾਗ੍ਰਸਤ ਜਹਾਜ਼ 'ਚ ਮ੍ਰਿਤਕ ਪਰਿਵਾਰ ਵਾਲਿਆਂ ਦਾ ਰੋ ਕੇ ਬੁਰਾ ਹਾਲ ਹੈ। ਇਹਨਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ। मम्मा मुझे शाम को आना है, अल्लाह मेरे बच्चे का पता नहीं कहाँ, मेरी बच्ची कैसी है, मुझे अल्लाह मेरे बच्ची के बारे में बताया जाए। स्टाफ में से कोई भी हमसे कोई राब्ता नहीं कर रहा है, कुछ भी ये भी तक नहीं बता रहा है, यहाँ तक कि डिटेल में उसका नाम तक मेंशन नहीं है। वो भी हमने खुद पता किया है कि अनम का नाम है कि नहीं है। बड़ी खुश थी कि मुझे कराची की फ़्लाइट मिल गई है, चलो मैं सुबह जाऊँगी, शाम को वापस आ जाऊँगी। और रोज़ा रखा हुआ था, उसने मुझे कह रही पापा आप जाओ और जाके इफ्तारी का करना बंदोबस्त, 5:45 बजे मैं घर आ जाऊंगी। ਇਹ ਜਹਾਜ਼ ਹਾਦਸਾ ਇੰਨਾ ਭਿਆਨਕ ਸੀ ਕਿ ਹੁਣ ਮ੍ਰਿਤਕਾਂ ਦੀ ਪਹਿਚਾਣ ਤੱਕ ਨਹੀਂ ਹੋ ਪਾ ਰਹੀ। ਹੁਣ ਮ੍ਰਿਤਕਾਂ ਦੀ ਪਹਿਚਾਣ ਉਹਨਾਂ ਦੇ DNA ਮੈਚ ਕਰਕੇ ਕੀਤੀ ਜਾਵੇਗੀ, ਜਿਸ ਦੇ ਬਾਅਦ ਹੀ ਮ੍ਰਿਤਕਾਂ ਦੀ ਦੇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ, ਜਿਸ ਦੀ ਜਾਣਕਾਰੀ PIA ਦੇ CEO ਨੇ ਦਿੱਤੀ ਹੈ। ਇਸ ਮੌਤ ਦੇ ਜਹਾਜ਼ ਨੇ ਕਈ ਜ਼ਿੰਦਗੀਆਂ ਤੱਕ ਨਿਗਲ ਲਈਆਂ, ਜਿਸ ਤੇ एविएशन मिनिस्टर गुलाम सरवार ने प्रेस कॉन्फ्रेंस कर दुख प्रगटाया है। सबसे पहले तो मुझे इस इंतहाई अफसोसनाक वाक़या पे तमाम अहलियान पाकिस्तान, अहलियान कराची और बिलखुसूस जिन फैमिलीज़ के अंदर शहादतें हुई हैं उनसे अफसोस करना है, दिली रंजो गम का इजहार करना है, उनके गम में बराबर का शरीक होना है और दिली दुआ भी करना है कि अल्लाह ताला मरूमीन को जन्नत अल फिरदौस में जगह अता फरमाए, उनके लवायकीन को सब्र जमील अता फरमाए और अल्लाह ताला सबसे बड़ा कंपनसेट करने वाला तो वो पाक ज़ात है। अल्लाह ताला हमें उन फैमिलीज़ को कंपनसेट करने की, उनके दुख कम करने की तौफीक अता फरमाए और हक़ाइक़ कौम के सामने जल्द अज जल्द रखने की तौफीक अता फरमाए। तो मकसद मेरी इस विज़िट का गो हादसे के वक्त इमीडिएटली ये कराची पहुंचे, ये भी इस्लामाबाद थे, मैं भी इस्लामाबाद था। इसमें आर्मी कोर कमांडर साहब का, इसमें रेंजर्स, इसमें लोकल एडमिनिस्ट्रेशन और सबसे बढ़ के जो मैंने मीडिया में देखा, जो जज्बा मैंने देखा है अवाम का, वॉलंटियर्स का, वो मैं खराज तहसीन पेश किए बगैर नहीं रह सकता कि उस आग में जिस तरह कूद के इंसानी जानों को बचाने की कोशिश हो रही थी, अपनी तरफ से एक कोशिश थी, एक जज्बा था, तो उसे मैं अप्रिशिएट किए बगैर नहीं रह सकता। मैं तमाम उन अदारों जिन्होंने एक रोल प्ले किया, उसमें आर्मी है, उसमें रेंजर्स हैं, उसमें सोशल अदारे भी उसमें मौजूद हैं, रफ़ाई अदारे भी उसमें मौजूद हैं, वॉलंटियर्स भी उसमें मौजूद हैं और सबसे बढ़ के एहलियान मोहल्ला जो अफेक्टिव्स थे उस मोहल्ले के और जिन्होंने लोगों को इमीडिएट रिलीफ पहुंचाने की कोशिश की, सबको खराज तहसीन पेश करता हूँ। वाक़या बहुत बड़ा है,
और इंतहाई काबिल अफसोसनाक वाक़या है। रमज़ानुल मुबारक का आखिरी अशरा, ईद भी करीब है, लोग अपने प्यारों को मिलने आ रहे थे, तो जो सदमा है मुझे भी बहसीयत एक इंसान, वो मेरे जज्बात भी मेरा साथ नहीं दे रहे और मेरी ज़ुबान भी मेरा साथ नहीं दे रही, लेकिन दिली दुआ ही कर सकते हैं और अपनी वसात के मुताबिक जो उन फैमिलीज़ के लिए कर सके ज़रूर इंशाअल्लाह ताला करेंगे। तो सबसे पहले तो जिस तरह चीफ एग्जीक्यूटिव साहब ने फरमाया कि कंपनसेशन, कोई कंपनसेट नहीं कर सकता, ये कोई कंपनसेशन नहीं है, लेकिन एक ट्रेडिशनली ये होता है वो 5 लाख रुपया, ये कुछ भी नहीं है, ना होने के बराबर है। प्राइम मिनिस्टर की खुसूसी अदायात पे उसे 10 लाख किया गया और एक जो इंश्योरेंस मनी है उसे भी एक टाइम लिमिट किया गया और कहा गया कि जल्द अज जल्द जितने कम अज कम वक्त में इंश्योरेंस मनी इन एग्रीव्ड फैमिलीज को पहुंचाई जा सके वो पहुंचानी है। और इसके बाद सिविल आबादी पे ये जहाज क्रैश हुआ है, एक गली में गिरा है, दोनों तरफ के घर डैमेज हुए हैं, मैं खुद देख के आया। उन घरों की कंपनसेशन या रिहेबिलिटेशन, उनकी रिपेयर, मुरम्मत और फिर उनकी जो अमलाक तबाह हुई, साथ उनकी गाड़ियां तबाह हुई, वो भी एक फेयर सर्वे करने के लिए हमने हदायत PIA को अपने तौर पे, सिविल एविएशन अथॉरिटीज़ को अपने तौर पे और लोकल एडमिनिस्ट्रेशन को अपने तौर पे, और ये पैरेलल एनालिसिस भी होगा, असेसमेंट भी होगी और हम पूरी कोशिश करेंगे कि प्राइम मिनिस्टर से खुसूसी तौर पे उन फैमिलीज़ को जिनकी अमलाक तबाह हुई, जिनकी गाड़ियाँ जली, जिनके घर ख़राब हुए, उन्हें कंपनसेट किया जाए। तो एक तो उससे भी मैंने एश्योर करना था, खुद देखना भी था और यकीन दहानी भी करानी थी, और इस प्रोसेस को भी मैं खुद देखूंगा भी और जल्द अज जल्द ये कंपनसेशन भी दिलवाने की कोशिश करूंगा। ਉੱਥੇ ਇਸ ਹਾਦਸੇ ਤੋਂ ਬਾਅਦ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਵੀ ਟਵੀਟ ਕਰ ਦੁੱਖ ਪ੍ਰਗਟਾਇਆ ਤੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਤੇ PIA ਦੇ CEO ਅਰਸ਼ਦ ਮਲਿਕ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਤਕਨੀਕੀ ਕੋਈ ਖਰਾਬੀ ਨਹੀਂ ਸੀ, ਹਾਦਸੇ ਦੀ ਵਜ੍ਹਾ फ्लाइट डाटा जल्द सामने आने ते दिती जाएगी। हैं, हर लिहाज से SOPs का मुकाबला, SOPs को फॉलो करते हैं। जब आपका कोई जहाज़ टेक ऑफ करता है तो सबसे पहले इंजीनियर्स जब उसको क्लियर करते हैं तो पायलट उस पर दस्तखत करता है उस लॉग बुक पे कि ये जहाज़ क्लियर है, टेक्निकली ये क्लियर है और मैं इस जहाज़ को टेक्निकली एक्सेप्ट करता हूँ। ये जहाज़ भी उन्हीं जहाज़ों की तरह A320 जहाज़ था जो कि वन ऑफ द सेफेस्ट है आज की इंडस्ट्री में। उस पर सारे चेक्स प्रोसीजर्स इन प्लेस थे। जो मेरे पास डाटा है, मैं आपको डाटा भी शेयर कर देता हूँ कि इस जहाज़ का एक मेजर चेक होता है जिसको A चेक कहते हैं, अल्फ़ा चेक। वो अल्फ़ा चेक मार्च 2020 में हुआ। इसके लैंडिंग गियर्स, इंजन्स की सारी इंस्पेक्शंस एज़ पर रूटीन, एज़ पर SOP सारी तय हुई और कोई चीज़ पेंडिंग नहीं थी। अल्हम्दुलिल्लाह कोई चीज़ पेंडिंग नहीं थी। सारी सर्टिफिकेशन मेरे पास डिटेल है जो कि हम आपको इंशाल्लाह वो भी मुहैया करेंगे। सो टेक्निकली, ऑपरेशनली, और एक ही आपको पता है आजकल फ़्लाइटें, जहां हम 100 फ़्लाइटें करते थे वहां सिर्फ 10 फ़्लाइटें उड़ रही हैं और पूरा केबिन क्रू, मेरे पायलट, सब ऑपरेशनली, एडमिनिस्ट्रेटिवली हर चीज़ इन प्लेस थी। अब ये सान्या कैसे हुआ, इसका एक ही मुस्तनद और मुसल्लम असूल है, वो है इंक्वायरी। इससे पहले आप मेरे से पूछें, आप मेरे चीफ टेक्निकल ऑफिसर से पूछें, आप मेरे चीफ फ्लाइट सेफ्टी ऑफिसर से पूछें, तो ये कोई किसी किस्म की आपको फर्म स्टेटमेंट नहीं दे सकते। हाँ, जहाज़ पूरी तरह से टेक्निकली क्लियर था, सर्टिफाइड था। और ये मैं आपको एक और यकीन दिलाना चाहता हूँ, अल्हम्दुलिल्लाह रब्बिल आलमीन, पिछले एक साल में एक इंटरनेशनल साफा सेफ्टी इंडेक्स होता है, वो इस वक्त PIA का पूरी हिस्ट्री में सबसे बेहतर था, लोएस्ट था, इंडस्ट्री में लोएस्ट था अल्हम्दुलिल्लाह। तो मैं कोई जस्टिफिकेशन नहीं दे रहा, लेकिन मैं अपने मेरे मुजाहिद शहीद हुए, मेरे शहरी शहीद हुए। सो मैंने अपने आप को अपनी सोर्स सर्चिंग करनी है और आइंदा भी जारी रहेगी।
सो इसका सर एक ही तरीका है, और वो तरीका ये है कि एक शफाफ इंक्वायरी होगी जिसमें PIA का कोई रोल नहीं होगा, जिसमें सिविल एविएशन का कोई रोल नहीं होगा। ये इंक्वायरी बैनुल-अक़वामी मुसल्लमा असूल के मुताबिक एविएशन मिनिस्ट्री प्राइम मिनिस्टर की इजाज़त से मुरतब करेगी, जो कि इस वक्त समरी अप्रूव हो रही है, और वो इंस्पेक्टर्स आके इसको इंस्पेक्ट करेंगे। जो हमें खबर है, मीडिया पे लोग कह रहे हैं ये शर फैलाने वाली बातें हैं, ये फसाद फैलाने वाली बातें, और वो उन शहीदों के लवाकिन के साथ मजाक के मुतरादिफ है। सो मैं सबसे दरख्वास्त करूँगा, अपने मीडिया से दरख्वास्त करूँगा, और चंद लोग जो इस वक्त अपने आप को एक्सपर्ट गिन रहे हैं, मेरी मीडिया से दरख्वास्त है उन एक्सपर्टों को, उन ओहदेदारों से खुदा के लिए मुतनब्बे रहें, खबरदार रहें। मैं आपको ज़िम्मेदारी के साथ कह रहा हूँ, मैं, मेरी ऑर्गेनाइजेशन, मेरी टीम, हुकूमत पाकिस्तान, अफवाज पाकिस्तान, NDMA इस साने में उन लोगों के साथ खड़े हैं। हम हर हद तक उनको फैसिलिटेट करेंगे और शफाफ इंफॉर्मेशन देंगे। इंस्पेक्शन होगी, इंक्वायरी होगी, इंक्वायरी के फैक्ट्स और फिगर्स सामने आएंगे, जो कि मेरी भी जिम्मेदारी है और आप लोगों का हक है कि हम आपको वो शफाफ इंफॉर्मेशन सारी मुहैया करें। ਹੁਣ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਜਹਾਜ਼ ਦਾ ਪਾਇਲਟ ਆਪਣੀ ਮੌਤ ਨੂੰ ਇੰਨੀ ਨੇੜੇ ਤੋਂ ਵੇਖ ਕੇ ਆਖਿਰ ਕਿਉਂ 3 ਵਾਰ ਕਹਿ ਉੱਠਿਆ ਮੇਡੇ ਮੇਡੇ ਮੇਡੇ। ਜਾਣਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਇੱਕ ਪਾਸੇ PIA ਦੇ CEO ਅਰਸ਼ਦ ਮਲਕ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਨਹੀਂ ਸੀ। ਉਡਾਨ ਤੋਂ ਪਹਿਲਾਂ ਇੰਜੀਨੀਅਰ ਜਹਾਜ਼ ਨੂੰ ਪੂਰੀ ਤਰ੍ਹਾਂ ਚੈੱਕ ਕਰਦੇ ਨੇ, ਉਸ ਤੋਂ ਬਾਅਦ ਪਾਇਲਟ ਉਸ ਲੌਗ ਬੁੱਕ ਤੇ ਹਸਤਾਖਰ ਕਰਦਾ ਹੈ ਕਿ ਤਕਨੀਕੀ ਇਸ ਜਹਾਜ਼ 'ਚ ਕੋਈ ਖਰਾਬੀ ਨਹੀਂ ਹੈ। ਜੇਕਰ ਜਹਾਜ਼ ਤਕਨੀਕੀ ਬਿਲਕੁਲ ਸਹੀ ਸੀ ਤਾਂ ਇਹ ਹਾਦਸਾ ਕਿਉਂ ਤੇ ਕਿਵੇਂ ਵਾਪਰਿਆ, ਤੇ ਆਓ ਤੁਹਾਨੂੰ ਦੱਸਦੇ ਹਾਂ ਹਾਦਸੇ ਤੋਂ ਪਹਿਲਾਂ ਪਾਇਲਟ ਤੇ ਕੰਟਰੋਲ ਰੂਮ ਦੀ ਆਖਰੀ ਗੱਲਬਾਤ ਕੀ ਸੀ। ਆਓ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਉਸ ਦੀ ਆਡੀਓ ਵੀ ਸੁਣਾਉਂਦੇ ਹਾਂ ਤੇ ਇਸ ਰਿਪੋਰਟ 'ਚ ਜਾਣਦੇ ਹਾਂ ਕਿ ਆਖਿਰ ਕੀ ਹੁੰਦਾ ਹੈ ਮੇਡੇ ਦਾ ਮਤਲਬ। ਜ਼ਿੰਦਗੀ ਨਾਲ ਸਾਰਿਆਂ ਨੂੰ ਪਿਆਰ ਹੁੰਦਾ ਹੈ ਅਤੇ ਤਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਜਦੋਂ ਕਿਸੇ ਨੂੰ ਇਹ ਵਿਖਣ ਲੱਗਦਾ ਹੈ ਕਿ ਮੌਤ ਹੁਣ ਉਸਦੇ ਸਾਹਮਣੇ ਖੜੀ ਹੈ। ਇਸ ਤੋਂ ਪਹਿਲਾਂ ਉਹ ਆਪਣੇ ਜੀਵਨ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ ਅਤੇ ਮਦਦ ਵੀ ਮੰਗਦਾ ਹੈ, ਪਰ ਜੀਵਨ ਅਤੇ ਮੌਤ ਉੱਪਰ ਵਾਲੇ ਦੇ ਹੱਥ ਵਿੱਚ ਹੁੰਦੀ ਹੈ। ਇਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਜੀ ਹਾਂ, ਸ਼ੁੱਕਰਵਾਰ ਨੂੰ ਪਾਕਿਸਤਾਨ ਵਿੱਚ ਜੋ ਜਹਾਜ਼ ਹਾਦਸਾ ਹੋਇਆ, ਉਸ ਦੇ ਪਾਇਲਟ ਨੇ ਵੀ ਆਪਣੇ ਅਤੇ ਜਹਾਜ਼ ਵਿੱਚ ਸਵਾਰ ਮੁਸਾਫਰਾਂ ਦੇ ਜੀਵਨ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਕੰਟਰੋਲ ਰੂਮ ਨੂੰ ਮੇਡੇ 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 ਕਹਿ ਕੇ ਅੰਤਮ ਵਾਰ ਸੁਨੇਹਾ ਵੀ ਦਿੱਤਾ, ਪਰ ਉਹ ਨਾ ਤਾਂ ਜਹਾਜ਼ ਨੂੰ ਬਚਾ ਪਾਇਆ ਅਤੇ ਨਾ ਹੀ ਆਪਣੀ ਜ਼ਿੰਦਗੀ ਨੂੰ, ਜਿਸ ਦਾ ਨਤੀਜਾ ਇਹ ਹੋਇਆ ਕਿ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦਾ ਇੱਕ ਜਹਾਜ਼ ਲੈਂਡਿੰਗ ਤੋਂ ਠੀਕ 1 ਮਿੰਟ ਪਹਿਲਾਂ ਕਰਾਚੀ ਵਿੱਚ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ 100 ਤੋਂ ਉੱਪਰ ਲੋਕ ਸਵਾਰ ਸਨ। ਜਹਾਜ਼ 에ਅਰਪੋਰਟ ਦੇ ਨਜ਼ਦੀਕ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਡਿੱਗਿਆ। ਇਸ ਹਾਦਸੇ ਵਿੱਚ 100 ਤੋਂ ਉੱਪਰ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਲੋਕਡਾਊਨ ਤੋਂ ਬਾਅਦ ਪਾਕਿਸਤਾਨ 에ਅਰਲਾਈਨਸ ਦੀ ਇਹ ਪਹਿਲੀ ਉਡਾਨ ਸੀ। ਇਸ ਤੋਂ ਪਹਿਲਾਂ ਜੇ ਗੱਲ ਕਰੀਏ ਮੇਡੇ ਦੀ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੁਣਾਉਂਦੇ ਹਾਂ ਕਿ ਪਾਇਲਟ ਅਤੇ ਕੰਟਰੋਲ ਰੂਮ ਦੇ ਵਿੱਚ ਜਿਹੜੀ ਆਖਰੀ ਗੱਲ ਹੋਈ ਸੀ ਉਹ ਕੀ ਸੀ। 8303 approach. जी सर, appears to be turning left. We'll proceeding back, sir. We have lost engines. Confirm you are carrying out belly landing. Runway available to land at 25. Roger. Clear, Mayday, 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 Pakistan 8303.
3. Iceland 8303 Roger sir, both runways available to land. ਤੇ ਹੁਣ ਜਾਣਦੇ ਹਾਂ ਕਿ ਪਾਇਲਟ ਨੇ ਕੰਟਰੋਲ ਰੂਮ ਨਾਲ ਜਿਹੜੀ ਅੰਤਿਮ ਗੱਲ ਕਹੀ ਸੀ ਮੇਡੇ ਮੇਡੇ, ਇਸ ਦਾ ਸਹੀ ਅਰਥ ਕੀ ਹੈ ਤੇ ਇਸ ਦਾ ਮਤਲਬ ਕੀ ਹੈ। ਕੀ ਹੁੰਦਾ ਹੈ ਮੇਡੇ? ਰੇਡੀਓ ਸੰਪਰਕ ਦੇ ਦੌਰਾਨ ਡਿਸਟ੍ਰੈਸ ਕਾਲ ਯਾਨੀ ਮੁਸੀਬਤ ਵਿੱਚ ਹੋਣ ਦੀ ਜਾਣਕਾਰੀ ਦੇਣ ਲਈ ਜਹਾਜ਼ ਚਲਾ ਰਿਹਾ ਪਾਇਲਟ ਕੰਟਰੋਲ ਰੂਮ ਨੂੰ ਮੇਡੇ ਦਾ ਸੁਨੇਹਾ ਦਿੰਦਾ ਹੈ। ਇਸ ਸ਼ਬਦ ਦਾ ਇਸਤੇਮਾਲ ਅਜਿਹੀ ਸਥਿਤੀ ਵਿੱਚ ਕੀਤਾ ਜਾਂਦਾ ਹੈ ਜਦੋਂ ਜਾਨ ਤੇ ਖਤਰਾ ਬਣਾਇਆ ਹੋਵੇ। ਜਹਾਜ਼ੀ ਖੇਤਰ ਵਿੱਚ ਮੇਡੇ ਸ਼ਬਦ ਦਾ ਇਸਤੇਮਾਲ ਬੇਹੱਦ ਖਰਾਬ ਹਾਲਾਤਾਂ ਲਈ ਕੀਤਾ ਜਾਂਦਾ ਹੈ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜਹਾਜ਼ ਦੇ ਇੰਜਨ ਖਰਾਬ ਹੋ ਗਏ ਹਨ ਅਤੇ ਤਕਨੀਕੀ ਖਰਾਬੀ ਦੇ ਚਲਦੇ ਹਾਲਾਤ ਪਾਇਲਟ ਦੇ ਹੱਥੋਂ ਬਾਹਰ ਨਿਕਲ ਗਏ ਹਨ। ਆਪਣੀ ਜਾਨ ਨੂੰ ਖਤਰਾ ਹੋਣ ਦੀ ਹਾਲਤ ਵਿੱਚ ਰੇਡੀਓ ਦੇ ਜ਼ਰੀਏ 3 ਵਾਰ ਮੇਡੇ ਮੇਡੇ ਬੋਲ ਕੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਹਾਲਾਤ ਹੁਣ ਖਰਾਬ ਹਨ। ਦਰਅਸਲ ਇਹ ਫ੍ਰੈਂਚ ਸ਼ਬਦ ਐਮ ਜੇਰ ਤੋਂ ਨਿਕਲਿਆ ਜਿਸ ਦਾ ਮਤਲਬ ਹੈ ਮੇਰੀ ਮਦਦ ਕਰੋ। ਕਰਾਚੀ ਦੇ ਜਿੰਨਾ ਇੰਟਰਨੈਸ਼ਨਲ 에ਅਰਪੋਰਟ ਉੱਤੇ ਲੈਂਡਿੰਗ ਤੋਂ ਕੁਝ ਵਕਤ ਪਹਿਲਾਂ ਹੀ ਕ੍ਰੈਸ਼ ਹੋਏ ਲਾਹੌਰ ਤੋਂ ਆਏ ਪਲੇਨ ਦੇ ਪਾਇਲਟ ਸੱਜਾਦ ਗੁਲ ਦੀ ਕੰਟਰੋਲ ਰੂਮ ਤੋਂ ਗੱਲਬਾਤ ਦਾ ਇਹ ਆਡੀਓ ਸਾਹਮਣੇ ਆਇਆ। ਇਸ ਵਿੱਚ ਉਹਨਾਂ ਨੇ ਦੱਸਿਆ ਕਿ ਪਲੇਨ ਦਾ ਇੰਜਨ ਖਰਾਬ ਹੋ ਗਿਆ ਹੈ ਅਤੇ ਉਹ ਮੇਡੇ ਦਾ ਸਿਗਨਲ ਕੰਟਰੋਲ ਰੂਮ ਨੂੰ ਭੇਜਦੇ ਹਨ। ਜਹਾਜ਼ ਦੇ ਪਾਇਲਟ ਸੱਜਾਦ ਗੁਲ ਦੀ ਆਖਰੀ ਡਿਸਟ੍ਰੈਸ ਕਾਲ ਸਾਹਮਣੇ ਆਈ ਜਿਸ ਨੂੰ ਸੁਣ ਕੇ ਪਤਾ ਚੱਲਦਾ ਹੈ ਕਿ ਕ੍ਰੈਸ਼ ਤੋਂ ਪਹਿਲਾਂ ਕੁਝ ਸੈਕਿੰਡ ਕੀ ਹੋਇਆ ਸੀ। ਪਾਇਲਟ ਨੇ ਟੁੱਟੇ ਹੋਏ ਸਿਗਨਲ ਦੇ ਵਿੱਚ ਕੰਟਰੋਲ ਰੂਮ ਨੂੰ ਇੰਜਨ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਕੁਝ ਹੀ ਪਲਾਂ ਵਿੱਚ ਜਹਾਜ਼ ਆਬਾਦੀ ਵਾਲੇ ਹਿੱਸੇ ਵਿੱਚ ਡਿੱਗ ਕੇ ਕ੍ਰੈਸ਼ ਹੋ ਗਿਆ। ਇਹ ਗੱਲ ਵੀ ਸਾਹਮਣੇ ਆਈ ਕਿ ਕੰਟਰੋਲ ਰੂਮ ਪਾਇਲਟ ਨੂੰ ਬੈਲੀ ਲੈਂਡਿੰਗ ਲਈ ਦੋਨਾਂ ਰਨਵੇ ਉਪਲਬਧ ਹੋਣ ਲਈ ਕਹਿੰਦਾ ਹੈ, ਪਰ ਜਦੋਂ ਤੱਕ ਪਾਇਲਟ ਅਜਿਹਾ ਕਰ ਪਾਉਂਦਾ ਤਦ ਤੱਕ ਇਹ ਹਾਦਸਾ ਵਾਪਰ ਚੁੱਕਿਆ ਸੀ। ਤੇ ਹੁਣ ਗੱਲ ਕਰਦੇ ਹਾਂ ਬੈਲੀ ਲੈਂਡਿੰਗ ਦੀ। ਕੀ ਹੁੰਦੀ ਹੈ ਬੈਲੀ ਲੈਂਡਿੰਗ? ਜਹਾਜ਼ ਦੇ ਲੈਂਡ ਹੋਣ ਲਈ ਉਸ ਦੇ ਹੇਠਲੇ ਹਿੱਸੇ ਵਿੱਚ ਲੈਂਡਿੰਗ ਗੇਅਰ ਲੱਗੇ ਹੁੰਦੇ ਹਨ। ਪਾਇਲਟ ਨੂੰ ਜਦੋਂ ਰਨਵੇ ਉੱਤੇ ਜਹਾਜ਼ ਉਤਾਰਨਾ ਹੁੰਦਾ ਹੈ ਤਾਂ ਉਹ ਲੈਂਡਿੰਗ ਗੇਅਰ ਨੂੰ ਖੋਲ੍ਹਦੇ ਹਨ। ਉਹਨਾਂ ਦੇ ਖੁੱਲਣ ਦੇ ਨਾਲ ਹੀ ਜਹਾਜ਼ ਉਹਨਾਂ ਦੇ ਸਹਾਰੇ ਰਨਵੇ ਉੱਤੇ ਲੈਂਡ ਕਰਦਾ ਹੈ। ਜਦਕਿ ਗੇਅਰ ਨਾ ਖੁੱਲਣ ਦੇ ਹਾਲਾਤਾਂ ਵਿੱਚ ਜਹਾਜ਼ ਦੇ ਹੇਠਲੇ ਹਿੱਸੇ ਦੇ ਸਹਾਰੇ ਹੀ ਲੈਂਡਿੰਗ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਇੱਕਦਮ ਨਾਲ ਜ਼ਮੀਨ ਉੱਤੇ ਕ੍ਰੈਸ਼ ਹੋ ਕੇ ਨਾ ਡਿੱਗ ਜਾਵੇ। ਇਸ ਨੂੰ ਬੈਲੀ ਲੈਂਡਿੰਗ ਕਹਿੰਦੇ ਹਨ। ਜੇਕਰ ਜਹਾਜ਼ ਪਿਛਲੇ ਹਿੱਸੇ ਦੇ ਸਹਾਰੇ ਲੈਂਡ ਕਰਦਾ ਹੈ ਤਾਂ ਜਹਾਜ਼ ਦੇ ਅਗਲੇ ਹਿੱਸੇ ਨੂੰ ਘੱਟ ਨੁਕਸਾਨ ਹੁੰਦਾ ਹੈ। ਜੇਕਰ ਜਹਾਜ਼ ਅਗਲੇ ਹਿੱਸੇ ਦੇ ਸਹਾਰੇ ਲੈਂਡ ਕਰਦਾ ਹੈ ਤਾਂ ਜ਼ਿਆਦਾ ਨੁਕਸਾਨ ਹੁੰਦਾ ਹੈ। ਜੇਕਰ ਵਿਚਲੇ ਹਿੱਸੇ ਦੇ ਸਹਾਰੇ ਜਹਾਜ਼ ਲੈਂਡ ਕਰਦਾ ਹੈ ਤਾਂ ਉਹ ਟੁੱਟ ਕੇ ਵੱਖ ਹੋ ਜਾਂਦਾ ਹੈ। ਨਾਲ ਹੀ ਅੱਗ ਲੱਗਣ ਦਾ ਵੀ ਖਤਰਾ ਜ਼ਿਆਦਾ ਹੁੰਦਾ ਹੈ। ਕਰਾਚੀ ਵਿੱਚ ਜੋ ਜਹਾਜ਼ ਹਾਦਸਾ ਵਾਪਰਿਆ ਉਸ ਵਿੱਚ ਵੀ ਇਹ ਸਾਹਮਣੇ ਆਇਆ ਹੈ ਕਿ ਜਹਾਜ਼ ਦੇ ਲੈਂਡਿੰਗ ਗੇਅਰ ਨਹੀਂ ਖੁੱਲ ਸਕੇ ਅਤੇ ਇਹ ਮਕਾਨਾਂ ਉੱਤੇ ਜਾ ਡਿੱਗਿਆ। ਦੱਸ ਦਈਏ ਕਿ ਪਾਕਿਸਤਾਨ ਵਿੱਚ 28 ਜੁਲਾਈ 2010 ਤੋਂ ਬਾਅਦ ਇਹ ਸਭ ਤੋਂ ਵੱਡਾ ਹਾਦਸਾ ਹੈ। ਇਸਲਾਮਾਬਾਦ ਵਿੱਚ ਹੋਏ ਜਹਾਜ਼ ਦੁਰਘਟਨਾਗ੍ਰਸਤ ਵਿੱਚ 152 ਲੋਕ ਮਾਰੇ ਗਏ ਸੀ। ਇਸ ਦੇ ਨਾਲ ਹੀ ਇਸਲਾਮਾਬਾਦ ਵਿੱਚ ਹੀ 20 ਅਪ੍ਰੈਲ 2012 ਨੂੰ ਇੱਕ ਜਹਾਜ਼ ਹਾਦਸਾ ਹੋਇਆ ਸੀ ਜਿਸ ਵਿੱਚ 127 ਲੋਕ ਮਾਰੇ ਗਏ ਸੀ। ਹਵਾਈ ਦੁਰਘਟਨਾਵਾਂ ਦੇ ਆંકੜੇ ਜੁਟਾਉਣ ਵਾਲੀ ਸੰਸਥਾ 에ਅਰਕ੍ਰਾਫਟ ਕ੍ਰੈਸ਼ ਰਿਕਾਰਡ ਆਫਿਸ ਦੇ ਮੁਤਾਬਕ ਪਾਕਿਸਤਾਨ ਵਿੱਚ ਹੁਣ ਤੱਕ 80 ਤੋਂ ਜ਼ਿਆਦਾ ਜਹਾਜ਼ ਦੁਰਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ 1000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਬਿਊਰੋ ਰਿਪੋਰਟ। ਪਾਕਿਸਤਾਨ 'ਚ ਵਾਪਰਿਆ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ ਜਿਨੇ ਇੰਨੇ ਲੋਕਾਂ ਦੀ ਜਾਨ ਲੈ ਲਈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰੇ ਨੇ। ਪਿਛਲੇ 50 ਸਾਲਾਂ ਦੀ ਜੇ ਗੱਲ ਕਰੀਏ ਪਾਕਿਸਤਾਨ 'ਚ ਅਜਿਹੇ ਕਈ ਹਾਦਸੇ ਵਾਪਰੇ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਤੇ ਕਿੰਨੇ ਲੋਕਾਂ ਦੀ ਜਾਨਾਂ ਗਈਆਂ ਨੇ ਇਹਨਾਂ ਮੌਤ ਦੇ ਜਹਾਜ਼ਾਂ 'ਚ।
ਪਾਕਿਸਤਾਨ 'ਚ ਬੀਤੇ 50 ਸਾਲਾਂ 'ਚ ਕਈ ਵੱਡੇ ਜਹਾਜ਼ ਹਾਦਸੇ ਵਾਪਰੇ, ਜਿਨ੍ਹਾਂ 'ਚ ਪਹਿਲਾ ਹਾਦਸਾ 20 ਮਈ 1965 ਨੂੰ ਹੋਇਆ, ਜਿਸ 'ਚ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦਾ ਇੱਕ ਜਹਾਜ਼ ਕਾਹਿਰਾ ਹਵਾਈ ਅੱਡੇ ਉੱਤੇ ਲੈਂਡ ਕਰਨ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ 'ਚ 124 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੂਜਾ ਹਾਦਸਾ 6 ਅਗਸਤ 1970 ਨੂੰ ਪਾਕਿਸਤਾਨ ਦੇ ਇਸਲਾਮਾਬਾਦ 'ਚ ਹੋਇਆ, ਜਿਸ 'ਚ PIA ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦਾ ਇੱਕ ਜਹਾਜ਼ ਉਡਾਨ ਭਰਨ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ। ਇਸ ਹਾਦਸੇ 'ਚ 30 ਲੋਕਾਂ ਦੀ ਮੌਤ ਹੋ ਗਈ। ਤੀਜਾ ਹਾਦਸਾ ਦਸੰਬਰ 1972 ਨੂੰ ਇਸਲਾਮਾਬਾਦ ਦੇ ਰਾਵਲਪਿੰਡੀ 'ਚ PIA ਫੋਫਰ F-27 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਵੀ 26 ਲੋਕਾਂ ਦੀ ਮੌਤ ਹੋ ਗਈ। ਚੌਥਾ ਹਾਦਸਾ 26 ਨਵੰਬਰ 1979 ਨੂੰ ਸਾਊਦੀ ਅਰਬ ਤੋਂ ਪਾਕਿਸਤਾਨ ਹੱਜ ਯਾਤਰੀਆਂ ਨੂੰ ਵਾਪਸ ਆਪਣੇ ਦੇਸ਼ ਲੈ ਕੇ ਪਰਤ ਰਿਹਾ ਇੱਕ ਜਹਾਜ਼ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ 156 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੰਜਵਾਂ ਹਾਦਸਾ 23 ਅਕਤੂਬਰ 1986 ਨੂੰ ਪਾਕਿਸਤਾਨ ਦੇ ਪਸ਼ਾਵਰ 'ਚ ਹੋਇਆ। ਇਸ ਹਾਦਸੇ 'ਚ ਸਵਾਰ 54 ਲੋਕਾਂ ਚੋਂ 13 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਛੇਵਾਂ ਹਾਦਸਾ 17 ਅਗਸਤ 1988 ਨੂੰ ਅਮਰੀਕਾ 'ਚ ਤਾਇਨਾਤ ਹਰਫ ਪੁਲਿਸ C-130 ਸੈਨਾ ਜਹਾਜ਼ ਪਾਕਿਸਤਾਨ ਦੇ ਪੂਰਬੀ ਸ਼ਹਿਰ ਬਹਾਵਲਪੁਰ ਦੇ ਨਜ਼ਦੀਕ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਸੈਨਾ ਮੁਖੀ ਮੁਹੰਮਦ ਜ਼ਿਆਉਲ ਹੱਕ ਤੇ 30 ਹੋਰ ਲੋਕਾਂ ਦੀ ਮੌਤ ਹੋ ਗਈ। ਇਸ 'ਚ ਅਮਰੀਕਾ ਦੇ ਰਾਜਦੂਤ ਵੀ ਸ਼ਾਮਲ ਸਨ। ਸੱਤਵਾਂ ਹਾਦਸਾ 25 ਅਗਸਤ 1999 ਨੂੰ ਉੱਤਰੀ ਪਾਕਿਸਤਾਨ ਦੇ ਗਲੀਗਤ ਤੋਂ PIA ਫੋਫਰ ਜਹਾਜ਼ 54 ਲੋਕਾਂ ਨੂੰ ਲੈ ਜਾ ਰਿਹਾ ਸੀ ਕਿ ਅਚਾਨਕ ਗਾਇਬ ਹੋ ਗਿਆ। ਦੱਸਿਆ ਜਾਂਦਾ ਹੈ ਕਿ ਇਸ ਜਹਾਜ਼ ਦਾ ਕਦੀ ਵੀ ਕੋਈ ਮਲਬਾ ਨਹੀਂ ਮਿਲਿਆ। ਅੱਠਵਾਂ ਹਾਦਸਾ 28 ਸਤੰਬਰ 1992 ਨੂੰ PIA 에ਅਰਬਸ ਦੇ A-300 ਜਹਾਜ਼ ਦੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਨਜ਼ਦੀਕ ਬੱਦਲਾਂ ਨਾਲ ਢਕੀ ਪਹਾੜੀ 'ਚ ਜ਼ਮੀਨ ਉੱਤੇ ਉਤਰਨ ਸਮੇਂ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਸਵਾਰ 167 ਲੋਕਾਂ ਦੀ ਮੌਤ ਹੋ ਗਈ। ਨਵਾਂ ਹਾਦਸਾ 19 ਫਰਵਰੀ 2003 ਨੂੰ ਉੱਤਰੀ ਪੱਛਮੀ ਸ਼ਹਿਰ ਕੋਹਾਟ ਦੇ ਨੇੜੇ ਕੋਰੇ ਦੇ ਢਕੇ ਪਹਾੜਾਂ ਨਾਲ ਇੱਕ ਫੋਫਰ F-27 ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ ਪਾਕਿਸਤਾਨ ਦੇ ਹਵਾਈ ਸੈਨਾ ਮੁਖੀ 에ਅਰ ਚੀਫ ਮਾਰਸ਼ਲ ਮੁਸਾਫ ਅਲੀ ਤੇ ਉਸ ਦੀ ਪਤਨੀ ਸਮੇਤ 15 ਹੋਰ ਲੋਕਾਂ ਦੀ ਮੌਤ ਹੋ ਗਈ। 10ਵਾਂ ਹਾਦਸਾ 24 ਫਰਵਰੀ 2003 ਨੂੰ 402 ਜਹਾਜ਼ ਦੱਖਣੀ ਸ਼ਹਿਰ ਕਰਾਚੀ ਦੇ ਕੋਲ ਅਰਬ ਸਾਗਰ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ ਅਫਗਾਨਿਸਤਾਨ ਦੇ ਖਾਨ ਤੇ ਉਦਯੋਗ ਮੰਤਰੀ ਜੁਮਾ ਮੁਹੰਮਦ ਮੁਹੰਮਦੀ, 4 ਅਫਗਾਨੀ ਅਧਿਕਾਰੀ, ਇੱਕ ਚੀਨੀ ਮਾਈਨਿੰਗ ਕਾਰਜਕਾਰੀ ਅਧਿਕਾਰੀ ਤੇ ਪਾਕਿਸਤਾਨੀ ਚਾਲਕ ਦਲ ਦੇ 2 ਮੈਂਬਰ ਸ਼ਾਮਲ ਸਨ। ਇਸ ਮੌਤ ਦੇ ਜਹਾਜ਼ ਦਾ ਸਫ਼ਰ ਸਿਰਫ ਯਾਤਰੀਆਂ ਨੇ ਨਹੀਂ ਕੀਤਾ, ਇਸ ਜਹਾਜ਼ ਦਾ ਸਫ਼ਰ ਉਹਨਾਂ ਨੇ ਵੀ ਕੀਤਾ ਜਿਨ੍ਹਾਂ ਤੇ ਇਹ ਜਹਾਜ਼ ਡਿੱਗਿਆ। ਤੇ ਇਸ ਖਾਸ ਪੇਸ਼ਕਸ਼ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਦੇ ਮਨ ਦੇ ਵਿੱਚ ਡਰ ਪੈਦਾ ਕਰੀਏ। ਅੱਜ ਦੇ ਮਾਹੌਲ ਦੇ ਵਿੱਚ ਵੀ ਸਭ ਤੋਂ ਸੁਰੱਖਿਅਤ ਜਿਹੜਾ ਸਫ਼ਰ ਹੈ ਉਹ ਜਹਾਜ਼ ਦਾ ਮੰਨਿਆ ਜਾਂਦਾ ਹੈ। ਤੇ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।